ਧੰਨ ਵਾਹਿਗੁਰੂ ਸਾਹਿਬ ਜੀਓ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਕਹਿ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਪਿਛਲੇਰੇ ਕੁਝ ਸਮੇਂ ਤੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਆਨੰਦ ਸਾਹਿਬ ਦੀ ਲੜੀਵਾਰ ਵਿਚਾਰ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਆਓ ਤਿਸ ਲੜੀ ਦੇ ਤਹਿਤ ਆਪਾਂ ਬੜੇ ਅਦਬ ਸਹਿਤ 23 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪਾਵਨ ਪੌੜੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਦੇ ਵਿੱਚ ਬੜੇ ਪਿਆਰੇ ਢੰਗ ਦੇ ਨਾਲ, ਬੜੇ ਸੋਹਣੇ ਲਹਿਜੇ ਦੇ ਵਿੱਚ ਸਾਨੂੰ ਆਵਾਜ਼ ਮਾਰਦਿਆਂ ਹੋਇਆਂ ਉਸ ਇਲਾਹੀ ਬਾਣੀ ਦੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ, ਜਿਸ ਬਾਣੀ ਦੇ ਪਰਥਾਏ ਆਪਾਂ ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਇਹ ਪਾਵਨ ਬਚਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਸਰਵਣ ਕਰਦੇ ਹਾਂ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਜਾਂ ਸਤਿਗੁਰੂ ਜੀ ਫਰਮਾਉਂਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਜਾਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਹ ਮੁਬਾਰਕ ਬਚਨ ਪੜ੍ਹਦੇ ਹਾਂ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸੋ ਸਤਿਗੁਰੂ ਜੀ ਨੇ ਬੜੇ ਆਪਣਤ ਵਾਲੇ ਭਾਵ ਦੇ ਵਿੱਚ ਆ ਕਰਕੇ
ਸਾਨੂੰ ਸਭਨਾਂ ਨੂੰ ਹੀ ਉਸ ਅਕਾਲ ਪੁਰਖ ਪਰਮਾਤਮਾ ਦੀ ਅਰਸ਼ੀ ਤੇ ਇਲਾਹੀ ਬਾਣੀ ਦੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ। ਜਿਸ ਬਾਣੀ ਦੇ ਪਰਥਾਏ ਸਤਿਗੁਰੂ ਜੀ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਜਿਸ ਪਾਵਨ ਬਾਣੀ ਦੇ ਪਰਥਾਏ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ, ਸਾਚੀ ਬਾਣੀ ਅੰਮ੍ਰਿਤ ਮੀਠੀ ਧਾਰ। ਸੋ ਸਤਿਗੁਰੂ ਜੀ ਸਾਨੂੰ ਸਭਨਾਂ ਨੂੰ ਇੱਕ ਆਵਾਜ਼ ਮਾਰ ਰਹੇ ਨੇ ਕਿ ਹੇ ਸਤਿਗੁਰੂ ਦੇ ਪਿਆਰਿਓ ਸਿੱਖੋ, ਆਓ ਗੁਰੂ ਦੇ ਕੋਲ ਆਓ। ਤੇ ਆ ਕੇ ਕਰਨਾ ਕੀ ਹੈ ਗੁਰੂ ਦੇ ਕੋਲ? ਗਾਵੋ ਸੱਚੀ ਬਾਣੀ। ਸੱਚੀ ਬਾਣੀ ਨੂੰ ਗਾਵੋ, ਸੱਚੀ ਬਾਣੀ ਦੇ ਨਾਲ ਜੁੜੋ। ਗਾਉਣ ਤੋਂ ਭਾਵ ਹੈ ਕਿ ਸੱਚੀ ਬਾਣੀ ਦੇ ਨਾਲ ਸਾਂਝ ਪਾਓ। ਜੀਵਨ ਦਾ ਹਿੱਸਾ ਜਿਹੜਾ ਹੈ ਉਹ ਸੱਚੀ ਬਾਣੀ ਬਣ ਜਾਵੇ। ਕਿਉਂਕਿ ਗਾਵੋ ਦਾ ਮਤਲਬ ਕੇਵਲ ਇਹ ਨਹੀਂ ਕਿ ਅਸੀਂ ਕਿਸੇ ਵਿਸ਼ੇਸ਼ ਰਾਗ ਦੇ ਵਿੱਚ ਵਿਸ਼ੇਸ਼ ਸਾਧਨਾ ਦੇ ਰਾਹੀਂ ਬਾਣੀ ਨੂੰ ਗਾਉਣਾ ਹੈ। ਜਦੋਂ ਆਪਾਂ ਗਾਉਣ ਦੀ ਪਰਿਭਾਸ਼ਾ ਬਾਣੀ ਦੇ ਵਿੱਚੋਂ ਸਾਧ ਸੰਗਤ ਜੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਆਪਾਂ ਰੋਜ਼ ਹੀ ਇਹ ਬਚਨ ਪੜ੍ਹਦੇ ਹਾਂ, ਗਾਵਨ ਤੁਧਨੋ ਪਾਉਣ ਪਾਣੀ ਬੈਸੰਤਰ, ਗਾਵੇਂ ਰਾਜਾ ਧਰਮ ਦੁਆਰੇ। ਸਤਿਗੁਰੂ ਜੀ ਕਹਿਣ ਲੱਗੇ ਇਹ ਸਾਰੇ ਇਹ ਪ੍ਰਮਾਤਮਾ ਜੀ ਤੁਹਾਨੂੰ ਗਾ ਰਹੇ ਨੇ। ਗਾਣ ਤੋਂ ਭਾਵ ਹੈ ਹੁਕਮ ਦੇ ਵਿੱਚ ਚੱਲ ਰਹੇ ਨੇ। ਹੁਣ ਸਤਿਗੁਰੂ ਜੀ ਨੇ ਇੱਥੇ ਜਿਹੜੀ ਵਿਚਾਰ ਸਾਡੇ ਸਾਹਮਣੇ ਰੱਖੀ ਹੈ, ਗੁਰੂ ਸਾਹਿਬ ਜੀ ਕਹਿਣ ਲੱਗੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਹੇ ਸਤਿਗੁਰੂ ਦੇ ਪਿਆਰੇ ਸਿੱਖੋ, ਆਓ। ਤੇ ਆ ਕੇ ਕਰਨਾ ਕੀ ਹੈ? ਗੁਰੂ ਦੇ ਕੋਲ ਆਵੋ। ਤੇ ਗੁਰੂ ਦੇ ਕੋਲ ਆ ਕੇ ਕਰਨਾ ਕੀ ਹੈ? ਸਤਿਗੁਰੂ ਜੀ ਕਹਿਣ ਲੱਗੇ ਗਾਵੋ ਸੱਚੀ ਬਾਣੀ। ਗੁਰੂ ਦੀ ਸੱਚੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਗਾਵੋ। ਭਾਵ ਜੋ ਗੁਰੂ ਦੀ ਬਾਣੀ ਹੁਕਮ ਕਰ ਰਹੀ ਹੈ, ਜੋ ਗੁਰੂ ਦੀ ਬਾਣੀ ਸਾਨੂੰ ਕਹਿ ਰਹੀ ਹੈ, ਉਸ ਹੁਕਮ ਨੂੰ ਆਪਣੇ ਜੀਵਨ ਦੇ ਅੰਦਰ ਪ੍ਰਵਾਨ ਕਰ ਲਵੋ। ਉਸ ਹੁਕਮ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਵੋ। ਆਪਣਾ ਜੀਵਨ ਜਿਹੜਾ ਹੈ ਉਹ ਬਾਣੀ ਦੇ ਮੁਤਾਬਕ ਢਾਲ ਲਵੋ। ਵੈਸੇ ਸਤਿਗੁਰੂ ਜੀ ਨੇ ਮੁਬਾਰਕ ਬਾਣੀ ਦੇ ਵਿੱਚ ਬੜੀ ਪਿਆਰੀ ਗੱਲ ਕਹੀ ਹੈ। ਸਤਿਗੁਰੂ ਜੀ ਕਹਿਣ ਲੱਗੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਬਾਣੀ ਨੂੰ ਪੜ੍ਹਦਾ ਪੜ੍ਹਦਾ, ਬਾਣੀ ਦੇ ਨਾਲ ਸਾਂਝ ਬਣਾਉਂਦਾ ਬਣਾਉਂਦਾ ਤੂੰ ਇੱਕ ਦਿਨ ਗੁਰਬਾਣੀ ਬਣ ਜਾ। ਤੇਰੇ ਜੀਵਨ ਦੇ ਵਿੱਚੋਂ ਬਾਣੀ ਦੀ ਖੁਸ਼ਬੂ ਜਿਹੜੀ ਹੈ ਨਾ ਉਹ ਆਉਣੀ ਸ਼ੁਰੂ ਹੋ ਜਾਵੇ। ਜੇ ਤੂੰ ਪੜ੍ਹਿਆ ਹੈ ਨਾ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਇਹ ਮੁਬਾਰਕ ਬੋਲ ਜਿਹੜੇ ਨੇ ਇਹ ਤੇਰੇ ਜੀਵਨ ਦੇ ਵਿੱਚੋਂ ਖੁਸ਼ਬੂ ਦੀ ਨਿਆਈ ਨਜ਼ਰ ਆਉਣ। ਇਹਨਾਂ ਬੋਲਾਂ ਦੀ ਕੇਵਲ ਧੁਨੀ ਤੇਰੀ ਜ਼ੁਬਾਨ ਦੇ ਵਿੱਚੋਂ ਕਿਸੇ ਦੀਆਂ ਕੰਨਾਂ ਦੇ ਵਿੱਚ ਨਾ ਪਵੇ, ਬਲਕਿ ਇਹਨਾਂ ਬੋਲਾਂ ਦੀ ਖੁਸ਼ਬੂ ਜਿਹੜੀ ਹੈ ਉਹ ਤੇਰੇ ਜੀਵਨ ਦੇ ਵਿੱਚੋਂ ਕਿਸੇ ਦੇ ਜੀਵਨ ਨੂੰ ਮਹਿਕਾ ਦੇਵੇ। ਸੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿ ਲਗੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਓ ਤੇ ਆ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਗੁਰੂ ਦੀ ਸੱਚੀ ਬਾਣੀ ਨੂੰ ਗਾਵੋ।
ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਤਿਗੁਰੂ ਜੀ ਕਹਿਣ ਲੱਗੇ ਬਾਣੀ ਤਾਂ ਗਾਵੋ ਗੁਰੂ ਕੇਰੀ, ਗੁਰੂ ਦੀ ਬਾਣੀ ਨੂੰ ਗਾਓ। ਬਾਣੀਆਂ ਸਿਰ ਬਾਣੀ ਦੇ ਭਾਵ ਨੇ ਜਿਹੜੀ ਸਾਰੀਆਂ ਬਾਣੀਆਂ ਤੋਂ ਸ੍ਰੇਸ਼ਟ ਬਾਣੀ ਹੈ। ਸਾਰੀਆਂ ਬਾਣੀਆਂ ਤੋਂ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਸਾਰੀਆਂ ਬਾਣੀਆਂ ਤੋਂ ਸ੍ਰੇਸ਼ਟ ਬਾਣੀ ਜਿਹੜੀ ਹੈ ਉਹ ਕਿਵੇਂ ਹੈ। ਤੇ ਮੈਂ ਇਹ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਦੋਂ ਆਪਾਂ ਮੁਬਾਰਕ ਬਾਣੀ ਨੂੰ ਸਮਝਣ ਦਾ ਯਤਨ ਕਰਦੇ ਹਾਂ, ਕੋਈ ਸ਼ੱਕ ਨਹੀਂ ਕਾਵਕ ਰੂਪ ਦੇ ਵਿੱਚ ਬਾਣੀ ਜਿਹੜੀ ਹੈ ਉਹ ਉਚਾਰਨ ਕੀਤੀ ਗਈ ਹੈ, ਲਿਖੀ ਗਈ ਹੈ ਸਾਹਿਤਕ ਨਿਯਮਾਂ ਦੇ ਤਹਿਤ। ਪਰ ਜਦੋਂ ਆਪਾਂ ਬਾਣੀ ਦੇ ਵਿੱਚੋਂ ਹੀ ਇਸ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜਾ ਪਿਆਰਾ ਪੈਗਾਮ ਦਿੰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਇਹ ਕੋਈ ਆਮ ਬਾਣੀ ਨਹੀਂ, ਇਹ ਕੋਈ ਆਮ ਗੀਤ ਨਹੀਂ ਹੈ, ਆਮ ਬੋਲੀ ਨਹੀਂ ਹੈ। ਹੁਣੇ ਆਪਾਂ ਇਹ ਗੱਲ ਸਾਂਝੀ ਕੀਤੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਸਤਿਗੁਰੂ ਜੀ ਕਹਿ ਲਗੇ ਇਹ ਕੋਈ ਸਧਾਰਨ ਬਾਣੀ ਨਹੀਂ, ਇਹ ਕੋਈ ਸਧਾਰਨ ਗੀਤ ਨਹੀਂ ਹੈ। ਤੇ ਆਪਾਂ ਬਚਨ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਉਹ ਕਹਿੰਦੇ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕ ਸਮਝਦੇ ਨੇ ਵੀ ਇਹ ਇੱਕ ਸਧਾਰਨ ਜਿਹਾ ਗੀਤ ਹੈ। ਆਪਾਂ ਪਿਛਲੇ ਦਿਨੀ ਇਸ ਗੱਲ ਦੀ ਸਾਂਝ ਬਣਾਈ ਸੀ ਕਿ ਉਹ ਕਾਨਾ ਛੱਜੂ ਪੀਲੂ ਸ਼ਾਹ ਹੁਸੈਨ, ਉਹ ਲੋਕ ਇਸ ਗੱਲ ਨੂੰ ਸਮਝ ਰਹੇ ਨੇ ਵੀ ਸ਼ਾਇਦ ਕਿਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕੋਈ ਆਮ ਕਵਿਤਾਵਾਂ ਜਿਹੜੀਆਂ ਨੇ ਉਹ ਲਿਖਵਾ ਕੇ ਤੇ ਉਹਨਾਂ ਦਾ ਗ੍ਰੰਥ ਤਿਆਰ ਕਰਾ ਰਹੇ। ਤਾਈਓ ਤਾਂ ਉਹਨਾਂ ਨੇ ਜਿਹੜੀਆਂ ਆਪਣੀਆਂ ਉਹ ਤੁਕਬੰਦੀ ਕਰਕੇ ਕਵਿਤਾਵਾਂ ਲਿਖੀਆਂ ਸਨ, ਉਹ ਵੀ ਇਸ ਆਸ ਦੇ ਨਾਲ ਗੁਰੂ ਦੇ ਕੋਲ ਲੈ ਕੇ ਆ ਗਏ ਨੇ। ਪਰ ਜਦੋਂ ਉਹ ਗੁਰੂ ਨੇ ਕਸਵੱਟੀ ਦੇ ਉੱਤੇ ਲਾਈਆਂ ਤੇ ਹੁਣ ਇਸ ਬ੍ਰਹਮ ਵਿਚਾਰ ਦੀ ਕਸਵੱਟੀ ਦੇ ਉੱਤੇ ਉਹ ਕਵਿਤਾਵਾਂ ਜਿਹੜੀਆਂ ਸਨ ਉਹ ਖਰੀਆਂ ਨਾ ਉਤਰੀਆਂ। ਸੋ ਸਤਿਗੁਰੂ ਜੀ ਕਹਿੰਦੇ ਲੋਕ ਜਾਣੈ ਇਹ ਗੀਤ ਹੈ। ਲੋਕ ਇਸ ਬਾਣੀ ਨੂੰ ਆਮ ਤੇ ਜਨ ਸਧਾਰਨ ਦੀ ਬਾਣੀ ਸਮਝਦੇ ਨੇ। ਤੇ ਮੈਂ ਬੇਨਤੀ ਕਰਾਂ, ਆਪਾਂ ਅਜੋਕੇ ਹਾਲਾਤਾਂ ਦੇ ਵਿੱਚ ਇਸ ਗੱਲ ਨੂੰ ਸਮਝੀਏ ਤੇ ਅਸੀਂ ਇਸ ਅਰਸ਼ੀ ਤੇ ਇਲਾਹੀ ਬਾਣੀ ਨੂੰ ਉਸ ਸੰਦਰਭ ਦੇ ਵਿੱਚ ਨਹੀਂ ਵੇਖ ਪਾਏ ਜਿਸ ਸੰਦਰਭ ਦੇ ਵਿੱਚ ਸਤਿਗੁਰੂ ਜੀ ਇਸ ਇਲਾਹੀ ਬਾਣੀ ਨੂੰ ਸਾਡੇ ਸਾਹਮਣੇ ਪਰੋਸਦੇ ਨੇ। ਹੁਣ ਜਿਹੜੀ ਗੱਲ ਸਾਧ ਸੰਗਤ ਜੀ ਸਤਿਗੁਰੂ ਜੀ ਕਹਿ ਰਹੇ ਨੇ ਨਾ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਤਿਗੁਰੂ ਜੀ ਕਹਿਣ ਲੱਗੇ ਇਹ ਜਿਹੜੀ ਬਾਣੀ ਹੈ ਨਾ, ਇਹ ਸਿਰਮੌਰ ਬਾਣੀ ਹੈ, ਸਾਰੀਆਂ ਬਾਣੀਆਂ ਤੋਂ ਸ੍ਰੇਸ਼ਟ ਬਾਣੀ ਹੈ। ਪਰ ਅਜੋਕੇ ਸਮੇਂ ਦੇ ਵਿੱਚ ਆਪਾਂ ਝਾਤ ਮਾਰ ਕੇ ਵੇਖੀਏ ਕਿ ਅਸੀਂ ਇਸ ਬਾਣੀ ਨੂੰ ਸਿਰਮੌਰ ਰਹਿਣ ਦਿੱਤਾ ਹੈ, ਕਿ ਅਸੀਂ ਇਸ ਬਾਣੀ ਨੂੰ ਇਸ ਸੰਦਰਭ ਦੇ ਵਿੱਚ ਸਮਝ ਪਾਏ ਹਾਂ। ਅਸੀਂ ਬਾਣੀ ਦੇ ਨਾਲ ਜੇ ਸਾਂਝ ਬਣਾਈ ਹੈ ਤੇ ਇਸ ਸੰਦਰਭ ਦੇ ਵਿੱਚ ਸਾਡੀ ਸਾਂਝ ਬਣ ਪਾਈ ਹੈ। ਖਿਮਾ ਕਰਨਾ, ਸਾਨੂੰ ਅੱਜ ਬਾਣੀ ਦੇ ਪ੍ਰਤੀ ਗੁੰਮਰਾਹ ਜਿਹੜਾ ਹੈ ਉਹ ਕੀਤਾ ਗਿਆ ਹੈ। ਮੈਂ ਅਕਸਰ ਇਸ ਗੱਲ ਦੀ ਸਾਂਝ ਪਾਇਆ ਕਰਦਾ ਵੀ ਅਜੋਕਾ ਸਿੱਖ ਜਿਹੜਾ ਹੈ ਉਹ ਬਾਣੀ ਦੇ ਨਾਲ ਜੁੜਿਆ, ਕੋਈ ਸ਼ੱਕ ਨਹੀਂ, ਮੁਬਾਰਕ ਹੈ। ਪਰ ਜਿਸ ਸੰਦਰਭ ਦੇ ਵਿੱਚ ਆ ਕਰਕੇ, ਜਿਸ ਲੈਵਲ ਤੇ ਜਾ ਕਰਕੇ ਬਾਣੀ ਦੇ ਨਾਲ ਜੁੜਨਾ ਚਾਹੀਦਾ ਸੀ ਨਾ, ਉਸ ਲੈਵਲ ਤੇ ਪਹੁੰਚ ਕੇ ਸਿੱਖ ਬਾਣੀ ਦੇ ਨਾਲ ਨਹੀਂ ਜੁੜਿਆ। ਹੁਣ ਬਾਣੀ ਦੇ ਨਾਲ ਸਿੱਖ ਨੇ ਜੁੜਨਾ ਸੀ, ਗੁਰਬਾਣੀ ਬਣੀ ਹੈ।
ਇਸ ਸ਼੍ਰੋਮਣੀ ਬਾਣੀ ਦੇ ਨਾਲ ਤਾਂ ਜੁੜਨਾ ਸੀ ਕਿ ਸਾਡਾ ਜੀਵਨ ਬਾਣੀ ਬਣ ਜਾਂਦਾ। ਪਰ ਸਾਧ ਸੰਗਤ ਜੀ, ਅਸੀਂ ਕੇਵਲ ਇਸ ਬਾਣੀ ਦੇ ਨਾਲ ਜੁੜੇ ਹਾਂ ਸਵਾਰਥ ਨੂੰ ਲੈ ਕਰਕੇ। ਸਾਨੂੰ ਇਸ ਬਾਣੀ ਦੇ ਨਾਲ ਜੋੜਿਆ ਗਿਆ ਹੈ ਕੇਵਲ ਖੁਦਗਰਜ਼ੀਆਂ ਤੇ ਸਵਾਰਥ ਸਾਡੇ ਸਾਹਮਣੇ ਪੇਸ਼ ਕਰਕੇ। ਤੁਸੀਂ ਵੇਖੋ ਵੀ ਅੱਜ ਕਿਵੇਂ ਸਾਡੇ ਬਾਬੇ ਜਿਹੜੇ ਨੇ ਉਹ ਗੁਰਬਾਣੀ ਦਾ ਗਲਤ ਵਰਤੋਂ ਦੇ ਵਿੱਚ ਲਿਆ ਕਰਕੇ ਗੁਰਬਾਣੀ ਦਾ ਗਲਤ ਇਸਤੇਮਾਲ ਕਰ ਰਹੇ ਨੇ। ਕਿਵੇਂ ਅੱਜ ਗੁਰਬਾਣੀ ਦੇ ਪ੍ਰਤੀ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਨੇ ਬਾਣੀਆਂ ਸਿਰ ਬਾਣੀ। ਅੱਜ ਅਸੀਂ ਉਸ ਮੁਬਾਰਕ ਬਾਣੀ ਨੂੰ ਕਿਸ ਤਲ ਦੇ ਉੱਤੇ ਜਾ ਕਰਕੇ ਅਸੀਂ ਪੜ੍ਹ ਰਹੇ ਹਾਂ, ਸਾਂਝ ਪਾ ਰਹੇ ਹਾਂ। ਅੱਜ ਸਾਡੀ ਭਾਵਨਾ ਕੀ ਹੈ ਬਾਣੀ ਪੜ੍ਹਨ ਦੇ ਪ੍ਰਤੀ? ਵੀ ਬਾਣੀ ਪੜ੍ਹਾਂਗੇ ਤੇ ਸਾਨੂੰ ਆਹ ਪ੍ਰਾਪਤ ਹੋ ਜਾਵੇਗਾ, ਬਾਣੀ ਪੜ੍ਹਾਂਗੇ ਤੇ ਸਾਨੂੰ ਆਹ ਪ੍ਰਾਪਤ ਹੋ ਜਾਵੇਗਾ। ਖਿਮਾ ਕਰਨਾ, ਬਾਣੀ ਪੜ੍ਹਨੀ ਮਾੜੀ ਗੱਲ ਨਹੀਂ ਹੈ, ਬਾਣੀ ਦੇ ਨਾਲ ਜੁੜਨਾ ਮਾੜੀ ਗੱਲ ਨਹੀਂ ਹੈ। ਪਰ ਜਿਹੜੀ ਮਾਨਸਿਕਤਾ ਬਣਾ ਕਰਕੇ ਸਾਨੂੰ ਬਾਣੀ ਦੇ ਨਾਲ ਜੋੜਿਆ ਜਾ ਰਿਹਾ, ਇਹ ਮਾਨਸਿਕਤਾ ਸਾਡੀ ਜਿਹੜੀ ਹੈ ਇਹ ਸਾਨੂੰ ਬਾਣੀ ਦੇ ਕੋਲੋਂ ਉਹ ਵਸਤੂ ਜਿਹੜੀ ਹੈ ਉਹ ਪ੍ਰਾਪਤ ਨਹੀਂ ਕਰਨ ਦੇਵੀ, ਜਿਹਦੇ ਬਾਰੇ ਸਤਿਗੁਰੂ ਜੀ ਇਹ ਗੱਲ ਕਹਿੰਦੇ ਨੇ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਅੱਜ ਬਾਣੀ ਪੜ੍ਹੀ ਜਾ ਰਹੀ ਹੈ ਪਰ ਮਾਨਸਿਕਤਾ ਜਿਹੜੀ ਹੈ ਉਹ ਕੁਝ ਹੋਰ ਹੈ। ਅੱਜ ਸਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੀ ਤੁਸੀਂ ਫਲਾਣਾ ਸ਼ਬਦ ਪੜ੍ਹੋ ਤੇ ਤੁਹਾਡਾ ਫਲਾਣਾ ਕਾਰਜ ਰਾਸ ਹੋ ਜਾਏਗਾ, ਜੇ ਫਲਾਣਾ ਕੰਮ ਸਵਾਰਨਾ ਤੇ ਤੁਹਾਨੂੰ ਆਹ ਸ਼ਬਦ ਪੜ੍ਹਨਾ ਪੈਣਾ, ਤੇ ਜੇ ਫਲਾਣਾ ਕੰਮ ਸਵਾਰਨਾ ਤੁਹਾਨੂੰ ਆਹ ਸ਼ਬਦ ਪੜ੍ਹਨਾ ਪੈਣਾ। ਮੈਨੂੰ ਯਾਦ ਹੈ ਗੱਲ, ਸਾਡੇ ਨਾਲ ਇੱਕ ਵੀਰ ਹੁੰਦਾ ਸੀ, ਤੇ ਖਿਮਾ ਕਰਨਾ ਹੁਣ ਵੇਖੋ ਵੀ ਸਾਡਿਆਂ ਬਾਬਿਆਂ ਨੇ ਬਾਣੀ ਨੂੰ ਕਿਸ ਗ੍ਰਾਫ ਦੇ ਉੱਤੇ ਲਿਆ ਕਰਕੇ, ਕਿਹੜੀ ਮਾਨਸਿਕਤਾ ਸਾਡੀ ਬਣਾ ਕਰਕੇ ਸਾਡੇ ਸਾਹਮਣੇ ਪਰੋਸਿਆ ਗਿਆ ਹੈ। ਹੁਣ ਬਾਣੀ ਇਸ ਕਰਕੇ ਪੜ੍ਹਨੀ ਸੀ ਕਿ ਅਸੀਂ ਆਪਣੀ ਮਾਨਸਿਕਤਾ ਦੇ ਪੱਧਰ ਨੂੰ ਉੱਚਾ ਕਰ ਸਕਦੇ ਬਾਣੀ ਪੜ੍ਹ ਕੇ। ਬਾਣੀ ਤਾਂ ਇਸ ਕਰਕੇ ਪੜ੍ਹਨੀ ਸੀ ਕਿ ਅਸੀਂ ਇਸ ਸ਼੍ਰੋਮਣੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਿਚਾਰ ਕੇ, ਸਮਝ ਕੇ ਆਪਣੇ ਜੀਵਨ ਨੂੰ ਰੱਬੀ ਗੁਣਾਂ ਦੇ ਆਧਾਰਿਤ ਜੀ ਸਕੀਏ। ਪਰ ਸਾਡੇ ਸਾਹਮਣੇ ਬਾਣੀ ਦਾ ਗ੍ਰਾਫ ਜਿਹੜਾ ਉਹ ਕਿੰਨਾ ਨੀਵਾਂ ਤੇ ਕਿੰਨਾ ਆਪਾਂ ਕਹਿ ਸਕਦੇ ਹਾਂ ਵੀ ਉਹ ਕਰ ਦਿੱਤਾ ਗਿਆ ਹੈ, ਕਿੰਨਾ ਨੀਵਾਂ ਗ੍ਰਾਫ ਕਰ ਦਿੱਤਾ ਗਿਆ ਹੈ। ਮੈਂ ਘਟਨਾ ਸਾਂਝੀ ਕਰਨ ਲੱਗਾ ਸੀ ਵੀ ਸਾਡੇ ਨਾਲ ਇੱਕ ਵੀਰ ਹੁੰਦਾ ਸੀ ਕਰਨਾਲ, ਤੇ ਉਦੋਂ ਖਿਮਾ ਕਰਨਾ ਬਾਣੀ ਦੀ ਇਹ ਵਿਚਾਰ ਜਿਹੜੀ ਹੈ ਉਦੋਂ ਇੰਨੀ ਗਹਿਰੇ ਤਲ ਦੇ ਉੱਤੇ ਸਾਨੂੰ ਨਹੀਂ ਸੀ ਪਤਾ, ਕੇਵਲ ਪਾਠ ਕਰੀਦਾ ਸੀ ਤੇ ਰੋਲਾਂ ਲਾ ਛੱਡਣੀਆਂ, ਕਦੇ ਬਾਣੀ ਨੂੰ ਨਾ ਸਮਝਣ ਦਾ ਯਤਨ ਕੀਤਾ, ਨਾ ਵਿਚਾਰਨ ਦਾ ਯਤਨ ਕੀਤਾ। ਬਸ ਦਿਮਾਗ ਦੇ ਵਿੱਚ, ਮਾਨਸਿਕਤਾ ਦੇ ਵਿੱਚ ਇੱਕ ਇਹ ਗੱਲ ਸੀ ਕਿ 2 ਘੰਟੇ ਦੇ ਵਿੱਚ 60 ਤੋਂ 65 ਅੰਕ ਜਿਹੜੇ ਨੇ ਉਹ ਕਰਕੇ ਆਪਣੀ ਰੋਲ ਖਤਮ ਕਰਕੇ ਉੱਠ ਜਾਣਾ ਹੈ। ਉਹਨਾਂ 60-65 ਅੰਕਾਂ ਦੇ ਵਿੱਚ ਕੀ ਪੜ੍ਹਿਆ ਹੈ, ਕੀ ਆਇਆ ਹੈ, ਕੀ ਨਹੀਂ ਆਇਆ, ਕਦੇ ਵੀ ਇਸ ਪਾਸੇ ਧਿਆਨ ਨਹੀਂ ਸੀ ਦਿੱਤਾ, ਕਦੇ ਵੀ। ਇਹ ਤਾਂ ਜੀਵਨ, ਬਾਣੀ ਨੂੰ ਸਮਝਣ ਵਾਲਾ ਜੀਵਨ ਜਿਹੜਾ ਉਹ 2009 ਤੋਂ ਆਰੰਭ ਹੋਇਆ, ਜਦੋਂ ਕਾਲਜ ਦੇ ਵਿੱਚ ਜਾ ਕੇ ਉੱਥੇ ਸਿੱਖਿਆ ਜਿਹੜੀ ਸੀ ਉਹ ਪ੍ਰਾਪਤ ਕੀਤੀ, ਜਦੋਂ ਬਾਣੀ ਨੂੰ ਸਮਝਣ ਦਾ ਯਤਨ ਕੀਤਾ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਵੀ ਉਹ ਵੀਰ ਉਹ ਇੱਕ ਸ਼ਬਦ ਪੜ੍ਹਦਾ ਸੀ, ਸ਼ਬਦ ਪੜ੍ਹਦਾ ਸੀ, ਜਾ ਕੈ ਵਸ ਹੈ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ। ਮੈਂ ਆਪ ਜੀ ਬਸ ਬੇਨਤੀ ਕਰਾਂ ਵੀ ਤੁਸੀਂ ਵੀ ਇਸ ਸ਼ਬਦ ਨੂੰ ਕਿਤੇ
ਸਰਚ ਮਾਰ ਕੇ ਅਰਥਾਂ ਸਹਿਤ ਜ਼ਰੂਰ ਪੜ੍ਹਿਓ। ਹੁਣ ਪਤਾ ਲੱਗਦਾ ਵੀ ਉਹ ਵੀਰ ਕੀ ਕਰ ਰਿਹਾ ਸੀ ਤੇ ਕਿਵੇਂ ਉਸ ਦੀ ਮਾਨਸਿਕਤਾ ਨੂੰ ਸਾਡਿਆਂ ਬਾਬਿਆਂ ਦੇ ਵੱਲੋਂ, ਸਾਡਿਆਂ ਸਾਧਾਂ ਦੇ ਵੱਲੋਂ ਗੁੰਮਰਾਹ ਕੀਤਾ ਗਿਆ ਸੀ। ਤੇ ਇਹ ਇਕੱਲੇ ਉਸ ਇੱਕ ਵੀਰ ਦੀ ਗੱਲ ਨਹੀਂ, ਪਤਾ ਨਹੀਂ ਅੱਜ ਕਿੰਨੇ ਕੁ ਲੋਕ ਐਸੇ ਨੇ ਜਿਹੜੇ ਇਸ ਮਾਨਸਿਕਤਾ ਦੇ ਤਹਿਤ ਬਾਣੀ ਨੂੰ ਪੜ੍ਹ ਰਹੇ ਨੇ। ਤਾਈਓ ਤਾਂ ਆਪਾਂ ਵੇਖਦੇ ਹਾਂ ਕਦੇ ਸੰਕਟ ਮੋਚਨ ਗੁਟਕਾ ਇਜ਼ਾਦ ਹੋ ਜਾਂਦਾ ਹੈ, ਕਦੇ ਦੁੱਖ ਭੰਜਨੀ ਗੁਟਕਾ ਇਜ਼ਾਦ ਹੋ ਜਾਂਦਾ ਹੈ, ਕਦੇ ਕਿਸੇ ਨਾਮ ਤੋਂ ਗੁਟਕਾ ਇਜ਼ਾਦ ਹੋ ਜਾਂਦਾ ਹੈ, ਕਦੇ ਬ੍ਰਹਮ ਕਵਚ ਦੀਆਂ ਗੱਲਾਂ ਹੁੰਦੀਆਂ ਨੇ ਤੇ ਕਦੇ ਕਿਸੇ ਕਵਚ ਦੀਆਂ ਗੱਲਾਂ ਹੁੰਦੀਆਂ ਨੇ। ਖੈਰ, ਮੈਂ ਫਿਰ ਬੇਨਤੀ ਕਰਦਿਆਂ, ਬਾਣੀ ਪੜ੍ਹਨੀ ਹੈ, ਜਮ ਸਿੱਖ ਨੇ ਬਾਣੀ ਪੜ੍ਹਨੀ ਹੈ, ਇਹ ਸਿਰਮੌਰ ਬਾਣੀ ਹੈ। ਪਰ ਸਾਧ ਸੰਗਤ ਜੀ, ਇਹ ਬਾਣੀ ਜਿਹੜੀ ਹੈ ਇਹ ਇਸ ਮਾਨਸਿਕਤਾ ਦੇ ਨਾਲ ਨਹੀਂ ਪੜ੍ਹਨੀ ਕਿ ਇਸ ਨੂੰ ਪੜ੍ਹ ਕੇ ਸਾਨੂੰ ਆਪ ਪ੍ਰਾਪਤੀ ਹੋਵੇ, ਬਲਕਿ ਬਾਣੀ ਇਸ ਮਾਨਸਿਕਤਾ ਦੇ ਨਾਲ ਪੜ੍ਹਨੀ ਹੈ ਕਿ ਬਾਣੀ ਨੂੰ ਪੜ੍ਹ ਕੇ ਸਾਡਾ ਜੀਵਨ ਪੱਧਰ ਉੱਚਾ ਹੋ ਜਾਵੇ ਤੇ ਬਾਣੀ ਨੂੰ ਪੜ੍ਹ ਕੇ ਸਾਡਾ ਜੀਵਨ ਹੀ ਜਿਹੜਾ ਹੈ ਉਹ ਬਾਣੀ ਬਣ ਜਾਵੇ। ਸਾਡੇ ਜੀਵਨ ਦੇ ਵਿੱਚੋਂ ਗੁਰਬਾਣੀ ਦੀ ਖੁਸ਼ਬੂ ਜਿਹੜੀ ਹੈ ਉਹ ਝਲਕੇ। ਆਪਾਂ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ, ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਸਾਨੂੰ ਬੇਅੰਤ ਘਟਨਾਵਾਂ ਜਿਹੜੀਆਂ ਨੇ ਉਹ ਇਹੋ ਜਿਹੀਆਂ ਮਿਲ ਜਾਣਗੀਆਂ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਗੁਰਬਾਣੀ ਝਲਕਦੀ ਹੈ, ਗੁਰਬਾਣੀ ਦੀ ਖੁਸ਼ਬੂ ਆਉਂਦੀ ਹੈ, ਜਿਨ੍ਹਾਂ ਨੇ ਬਾਣੀ ਨੂੰ ਸਮਝ ਕੇ ਪੜ੍ਹਿਆ ਹੈ। ਖੈਰ, ਉਹ ਵੀਰੇ ਸ਼ਬਦ ਪੜ੍ਹਦਾ ਹੁੰਦਾ ਸੀ, ਜਾ ਕੇ ਵਾਸੈ ਖਾਨ ਸੁਲਤਾਨ, ਜਾ ਕੇ ਵਾਸੈ ਸਗਲ ਜਹਾਨ, ਤੇ ਉਹਨੇ ਲਗਾਤਾਰ ਇਹ ਸ਼ਬਦ ਪੜ੍ਹੀ ਜਾਣਾ। ਇੱਕ ਦਿਨ ਅਸੀਂ ਉਸ ਵੀਰ ਨੂੰ ਪੁੱਛਿਆ ਵੀ ਇਹ ਸ਼ਬਦ ਬੜਾ ਪੜ੍ਹਦਾ ਕਿਉਂ? ਤੇ ਉਹਨੇ ਕਿਸੇ ਸਾਧ ਦਾ ਨਾਮ ਲਿਆ ਜਿਹੜਾ ਕਰਨਾਲ ਦੇ ਏਰੀਏ ਦੇ ਵਿੱਚ ਹੀ ਬੜਾ ਮਸ਼ਹੂਰ ਹੈ। ਉਸ ਸਾਧ ਦਾ ਨਾਮ ਲਿਆ, ਕਹਿਣ ਲੱਗਾ ਵੀ ਅਸਲ ਦੇ ਵਿੱਚ ਉਹ ਚੇਲਾ ਵੀ ਉਸ ਸਾਧ ਦਾ ਹੀ ਸੀ। ਉਹਨੇ ਉਸ ਦਾ ਨਾਮ ਲੈ ਕੇ ਕਹਿਣ ਲੱਗਾ ਵੀ ਇਹ ਸ਼ਬਦ ਜਿਹੜਾ ਨਾ ਇਹ ਬਾਬਾ ਜੀ ਨੇ ਸਾਨੂੰ ਦਿੱਤਾ, ਇਹ ਸ਼ਬਦ ਬਾਬਾ ਜੀ ਨੇ ਪੜ੍ਹਨ ਦੇ ਲਈ ਦਿੱਤਾ ਹੈ। ਤੇ ਅਸੀਂ ਪੁੱਛਿਆ ਵੀ ਕਿਉਂ? ਕਹਿੰਦਾ ਬਾਬਾ ਜੀ ਕਹਿੰਦੇ ਸਨ, ਇਸ ਸ਼ਬਦ ਨੂੰ ਪੜ੍ਹੋਗੇ ਨਾ, ਇਸ ਸ਼ਬਦ ਨੂੰ ਪੜ੍ਹੋਗੇ ਤੇ ਇਸ ਸ਼ਬਦ ਨੂੰ ਪੜ੍ਹ ਕੇ ਤੁਸੀਂ ਕਿਸੇ ਨੂੰ ਵੀ ਆਪਣੇ ਵੱਸ ਦੇ ਵਿੱਚ ਕਰ ਸਕਦੇ ਹੋ। ਮੇਰੀ ਗੱਲ ਨੂੰ ਸਮਝਿਓ, ਉਹ ਵੀਰ ਇਸ ਸ਼ਬਦ ਨੂੰ ਬਾਰ-ਬਾਰ ਪੜ੍ਹਦਾ ਹੈ, ਬਾਰ-ਬਾਰ ਰਿਪੀਟ ਕਰਦਾ ਹੈ। ਕਹਿੰਦਾ ਬਾਬਾ ਜੀ ਨੇ ਇਹ ਕਿਹਾ ਵੀ ਇਸ ਸ਼ਬਦ ਨੂੰ ਪੜ੍ਹ ਕੇ ਤੁਹਾਡੇ ਅੰਦਰ ਇਹੋ ਜਿਹੀ ਅਵਸਥਾ ਆ ਜਾਵੇਗੀ, ਤੁਸੀਂ ਕਿਸੇ ਨੂੰ ਵੀ ਆਪਣੇ ਵੱਸ ਦੇ ਵਿੱਚ ਕਰ ਸਕਦੇ ਹੋ। ਹੁਣ ਪਤਾ ਲੱਗਦਾ ਜਦੋਂ ਇਹਨਾਂ ਸ਼ਬਦਾਂ ਦੇ ਅਰਥ ਪੜੇ ਨੇ, ਹੁਣ ਮੱਥੇ ਤੇ ਹੱਥ ਮਾਰੀਦਾ, ਉਹ ਭਲਿਓ ਗੁਰੂ ਸਾਹਿਬ ਤਾਂ ਇਸ ਸ਼ਬਦ ਦੇ ਅੰਦਰ ਗੱਲ ਕੁਝ ਹੋਰ ਕਹਿ ਰਹੇ ਨੇ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਵਸ ਦੇ ਵਿੱਚ ਵੱਡੇ ਵੱਡੇ ਬਾਦਸ਼ਾਹ ਤੇ ਖਾਨ ਸੁਲਤਾਨ ਨੇ, ਤੇ ਅਸੀਂ ਇਹਨਾਂ ਸ਼ਬਦਾਂ ਨੂੰ ਕਿਹੜੀ ਮਾਨਸਿਕਤਾ ਦੇ ਉੱਤੇ ਲਿਆ ਕੇ ਪੜ੍ਹ ਰਹੇ ਹਾਂ, ਇਸ ਗੱਲ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਮੈਂ ਬੇਨਤੀ ਕਰ ਰਿਹਾ ਸੀ ਵੀ ਸਤਿਗੁਰੂ ਜੀ ਕਹਿੰਦੇ ਨੇ ਇਹ ਬਾਣੀ ਸਿਰਮੌਰ ਹੈ, ਸਾਰੀਆਂ ਬਾਣੀਆਂ ਦੇ ਨਾਲੋਂ ਸ੍ਰੇਸ਼ਟ। ਤੇ ਅਸੀਂ ਕਿਹੜੀ ਮਾਨਸਿਕਤਾ ਦੇ ਨਾਲ ਪੜ੍ਹੀਏ? ਅਸੀਂ ਕੇਵਲ ਬਾਣੀ ਤੋਂ ਆਪਣੇ ਸਵਾਰਥ ਪੂਰੇ ਕਰਾਏ। ਅਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤੇ ਕਰਾ ਲਓ ਅਖੰਡ ਪਾਠ, ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤੇ ਕਰਾ ਲਓ ਪਾਠ। ਸੁਣਨ ਵਾਲਾ ਕੌਣ ਹੈ? ਕਿੰਨੇ ਕੁ ਜੀ ਬੈਠੇ ਨੇ? 5 ਪੌੜੀਆਂ ਦਾ ਮਸਾਂ ਜਪਜੀ ਸਾਹਿਬ ਦੀਆਂ ਦਾ ਪਾਠ ਹੁੰਦਾ ਹੈ ਤੇ ਅਸੀਂ ਭਾਈ ਦੇ ਮੂੰਹ ਵੱਲ ਵੇਖਦੇ ਹੁੰਦੇ ਆ ਵੀ ਕਦੋਂ ਇਹ ਕੜਾਹ ਪ੍ਰਸ਼ਾਦ ਦੀ ਦੇਗ ਵੰਡੇ ਤੇ ਕਦੋਂ ਅਸੀਂ ਉੱਠ ਕੇ ਬਾਹਰ ਜਾਈਏ। ਮੈਂ ਬੇਨਤੀ ਕਰਾਂ, ਸਿੱਖੀ ਵਿਚਾਰਧਾਰਾ ਦੇ ਵਿੱਚ ਸਹਿਜ ਪਾਠ ਦੀ ਮਹਾਨਤਾ ਹੈ, ਸਹਿਜ ਪਾਠ ਨੂੰ ਪ੍ਰਵਾਨਗੀ ਹੈ। ਹਾਲਾਂਕਿ ਭਾਵੇਂ ਅਖੰਡ ਪਾਠ ਸਾਹਿਬ ਨੂੰ ਵੀ ਪ੍ਰਵਾਨਗੀ ਹੈ, ਪਰ ਉਹ ਤਾਂ ਜੇ ਅਸੀਂ ਬੈਠ ਕੇ ਉੱਥੇ ਸੁਣ ਰਹੇ ਹਾਂ ਤੇ ਜੇ ਇਕੱਲਾ ਹੀ ਭਾਈ ਪੜ੍ਹ ਰਿਹਾ, 3 ਦਿਨ ਇਕੱਲਾ ਭਾਈ ਪਾਠ ਕਰੀ ਜਾ ਰਿਹਾ,
ਤੇ ਅਸੀਂ ਜਿੱਦਣ ਤੀਸਰੇ ਦਿਨ ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹਨੇ ਨੇ, ਉਦਣ ਆ ਕੇ ਪਾ ਕੇ ਚਿੱਟਾ ਕੁੜਤਾ ਪਜਾਮਾ ਬੰਨ੍ਹ ਕੇ ਸੋਹਣੀ ਜੀ ਪੱਗ ਅਸੀਂ ਚੋਰ ਸਾਹਿਬ ਲੈ ਕੇ ਖਲੋ ਜਾਂਦੇ ਹਾਂ ਭਾਈ ਦੇ ਸਿਰ ਦੇ ਉੱਤੇ, ਵੀ ਜਿਵੇਂ ਸਾਡੇ ਤੋਂ ਵੱਡਾ ਕੋਈ ਸ਼ਰਧਾਲੂ ਹੀ ਨਹੀਂ। ਤੇ ਮੈਂ ਅਕਸਰ ਬੇਨਤੀ ਕਰਿਆ ਕਰਦਾ ਵੀ ਭਾਈ, ਜੇ 3 ਦਿਨ ਤੇਰੇ ਤੋਂ ਬਗੈਰ ਪਾਠ ਹੋ ਗਿਆ ਨਾ, ਤੂੰ ਅੰਦਰ ਆ ਕੇ ਨਹੀਂ ਵੜ ਕੇ ਵੇਖਿਆ, ਤੇ ਇਹ ਨੌਵੇਂ ਮਹੱਲੇ ਦੇ ਸ਼ਲੋਕ ਵੀ ਤੇਰੇ ਤੋਂ ਬਗੈਰ ਪੜ੍ਹੇ ਜਾਣੇ ਨੇ। ਇਹੋ ਜਿਹੀਆਂ ਫਾਰਮੈਲਿਟੀਆਂ ਕਰਨ ਦੀ ਤੈਨੂੰ ਕੋਈ ਜ਼ਰੂਰਤ ਨਹੀਂ। ਮੈਂ ਗੱਲ ਕਰ ਰਿਹਾ ਸੀ ਸਹਿਜ ਪਾਠ। ਹੁਣ ਸਹਿਜ ਪਾਠ ਦਿੱਤਾ ਹੀ ਤਾਂ ਸੀ ਸਿੱਖੀ ਦੇ ਵਿੱਚ ਕਿ ਇਸ ਨੂੰ ਸਹਿਜ ਸਹਿਜ ਪੜ੍ਹ ਕੇ, ਸਮਝ ਕੇ, ਵਿਚਾਰ ਕੇ ਪੜ੍ਹ ਕੇ ਤੇਰੇ ਜੀਵਨ ਦੇ ਅੰਦਰ ਸਹਿਜ ਆ ਜਾਵੇ। ਤੇਰਾ ਆਪਣਾ ਜੀਵਨ ਜਿਹੜਾ ਹੈ ਉਹ ਸਹਿਜ ਅਵਸਥਾ ਵਾਲਾ ਬਣ ਜਾਵੇ, ਉਹ ਬਾਣੀ ਦੇ ਮੁਤਾਬਕ ਬਣ ਜਾਵੇ। ਸਹਿਜ ਦੇ ਜਦੋਂ ਆਪਾਂ ਅਰਥ ਪੜ੍ਹਦੇ ਹਾਂ, ਸਹਿ ਪਲਸ ਜੈ, ਜਿਹਦੇ ਅਰਥ ਨੇ ਨਾਲ ਜੰਮਿਆ, ਭਾਵ ਹੇ ਮਨੁੱਖ, ਜਿਹੜਾ ਸੁਭਾਅ ਤੇਰੇ ਨਾਲ ਜੰਮਿਆ ਸੀ ਨਾ, ਉਹ ਸੁਭਾਅ ਤੋਂ ਹੌਲੀ ਹੌਲੀ ਆਪਣੇ ਜੀਵਨ ਦੇ ਵਿੱਚੋਂ ਵਿਸਾਰ ਦਿੱਤਾ ਹੈ। ਇਸ ਬਾਣੀ ਨੂੰ ਸਹਿਜ ਦੇ ਨਾਲ ਪੜ੍ਹ, ਤਾਂ ਕਿ ਇਹ ਬਾਣੀ ਫਿਰ ਤੈਨੂੰ ਤੇਰੇ ਉਸ ਸੁਭਾਅ ਦੇ ਨਾਲ ਜੋੜ ਸਕੇ ਜਿਹੜਾ ਸੁਭਾਅ ਤੇਰੇ ਨਾਲ ਜੰਮਿਆ। ਫਿਰ ਤੈਨੂੰ ਸਤ, ਸੰਤੋਖ, ਧੀਰਜ, ਦਇਆ, ਸਦਗੁਣਾ, ਪਰ ਉਪਕਾਰ ਤੇ ਦਿਆਲੁਤਾ ਦੇ ਨਾਲ ਜੋੜ ਸਕੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਜੀ ਕਹਿ ਲਗੇ ਇਹ ਬਾਣੀ ਸ੍ਰੇਸ਼ਟ ਹੈ ਸਾਰੀਆਂ ਬਾਣੀਆਂ ਤੋਂ। ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਅਸੀਂ ਇਸ ਦਾ ਗ੍ਰਾਫ ਜਿਹੜਾ ਉਹ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਸਾਡਿਆਂ ਬਾਬਿਆਂ ਦੇ ਵੱਲੋਂ, ਸਾਡੀਆਂ ਖੁਦਗਰਜ਼ੀਆਂ, ਸਾਡਿਆਂ ਸਵਾਰਥਾਂ ਨੇ ਬਾਣੀ ਨੂੰ ਅੱਜ ਉਸ ਮਾਨਸਿਕਤਾ ਦੇ ਨਾਲ ਪੜ੍ਹਿਆ ਹੀ ਨਹੀਂ ਜਿਸ ਮਾਨਸਿਕਤਾ ਦੇ ਤਹਿਤ ਸਤਿਗੁਰੂ ਜੀ ਸਾਨੂੰ ਇਹ ਬਾਣੀ ਦੇ ਰਹੇ ਨੇ। ਮੈਂ ਬੇਨਤੀ ਕਰਾਂ ਵੀ ਬਾਣੀ ਦੇ ਵਿੱਚੋਂ ਬੜੀਆਂ ਵੱਡੀਆਂ ਪ੍ਰਾਪਤੀਆਂ ਹੋਈਆਂ ਜੀ। ਇਹ ਬਾਣੀ ਦੀ ਪ੍ਰਾਪਤੀ ਹੈ ਕਿ 90 ਸਾਲ ਦੇ ਭਾਈ ਮਨੀ ਸਿੰਘ ਜੀ ਆਪਣਾ ਬੰਦ ਜਿਹੜਾ ਹੈ ਉਹ ਕਟਵਾ ਲੈਂਦੇ ਨੇ। ਉਹਨਾਂ ਨੇ ਬਾਣੀ ਸਾਡੇ ਵਾਂਗੂ ਸਵਾਰਥ ਦੇ ਨਾਲ ਨਹੀਂ ਪੜ੍ਹੀ, ਉਹਨਾਂ ਨੇ ਇਸ ਅਰਸ਼ੀ ਬਾਣੀ ਨੂੰ, ਸ਼੍ਰੇਸ਼ਟ ਬਾਣੀ ਨੂੰ ਉਹਨਾਂ ਨੇ ਅੰਦਰੋਂ ਭਿੱਜ ਕੇ ਪੜ੍ਹਿਆ ਹੋਵੇਗਾ। ਤਾਂ ਹੀ ਤਾਂ ਉਹ ਕਹਿੰਦੇ ਨੇ ਨਾ, ਜਦੋਂ ਜਲਾਦ ਕਹਿੰਦਾ ਹੈ, ਜਦੋਂ ਕਾਜੀ ਕਹਿੰਦਾ ਹੈ, ਮਨੀਏ ਮੈਂ ਸੁਣਿਆ ਤੇਰੇ ਗੁਰੂ ਦੀ ਬਾਣੀ ਦੇ ਵਿੱਚ ਇਹੋ ਜਿਹੇ ਕਲਾਮ ਲਿਖੇ ਨੇ ਵੀ ਇਹ ਜੀਵਨ ਜਿਹੜਾ ਹੈ ਉਹ ਬਾਰ-ਬਾਰ ਨਹੀਂ ਮਿਲਦਾ। ਮੈਂ ਸੁਣਿਆ ਕਿ ਇਹ ਮਾਨਸ ਜਨਮ ਦੁਲੰਭ ਦੱਸਿਆ ਹੈ, ਤੇ ਕਿਉਂ ਆਪਣਾ ਜੀਵਨ ਜਿਹੜਾ ਹੈ ਉਹ ਅਜਾਈਂ ਗਵਾ ਰਿਹਾ। ਤੇ ਭਾਈ ਮਨੀ ਸਿੰਘ ਜੀ ਕਹਿੰਦੇ ਇਹ ਗੱਲ ਤਾਂ ਸੁਣੀ ਹੈ ਵੀ ਗੁਰੂ ਨੇ ਕਹੀ ਹੈ ਵੀ ਜੀਵਨ ਬਾਰ-ਬਾਰ ਨਹੀਂ ਮਿਲਦਾ। ਭਲਿਆ ਤੂੰ ਕਦੇ ਇਹ ਨਹੀਂ ਸੁਣਿਆ, ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ, ਸੁਣ ਬਿਨਤੀ ਮੇਰੀ ਹੋਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਤੂੰ ਇਹ ਨਹੀਂ ਸੁਣਿਆ, ਜੋ ਤਨ ਚੀਰੇ ਤਾਂ ਅੰਗ ਨਾ ਮੋਰੂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੂ, ਹਮ ਤੁਮ बीच भयो नहीं कोई, तुम्हें सो कंत नार हम सोई। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਇਹ ਬਾਣੀ ਦੀ ਇੱਕ ਬੜੀ ਵੱਡੀ ਪ੍ਰਾਪਤੀ ਹੈ। ਅੱਜ ਅਸੀਂ ਬਾਣੀ ਤੋਂ ਪ੍ਰਾਪਤ ਕਰਨਾ ਚਾਹੁੰਦੇ ਹਾਂ। ਕੋਈ ਪੁੱਤ ਪ੍ਰਾਪਤ ਕਰਨਾ ਚਾਹ ਰਿਹਾ, ਕੋਈ ਦੁੱਧ ਪ੍ਰਾਪਤ ਕਰਨਾ ਚਾਹ ਰਿਹਾ, ਕੋਈ ਬਿਜ਼ਨਸ ਪ੍ਰਾਪਤ ਕਰਨਾ ਚਾਹ ਰਿਹਾ। ਸਾਡਾ ਮਕਸਦ ਇਹੀ ਨੇ ਨਾ ਬਾਣੀ ਪੜ੍ਹਨ ਦੇ ਪਿੱਛੇ। ਨਹੀਂ ਭਲਿਓ, ਇਹ ਸ੍ਰੇਸ਼ਟ ਬਾਣੀ ਹੈ, ਇਹ ਉੱਤਮ ਬਾਣੀ ਹੈ, ਇਹ ਸ਼੍ਰੋਮਣੀ ਬਾਣੀ ਹੈ। ਇਸ ਨੂੰ ਪੜ੍ਹਨ ਦੇ ਪਿੱਛੇ ਸਾਡਾ ਮਕਸਦ ਹੋਵੇ ਕਿ ਅਸੀਂ ਬਾਣੀ ਬਣਨਾ ਹੈ। ਅਸੀਂ ਬਾਣੀ ਨੂੰ ਪੜ੍ਹ ਕੇ ਸਾਡੇ ਜੀਵਨ ਦੇ ਵਿੱਚੋਂ ਬਾਣੀ ਦੀ ਖੁਸ਼ਬੂ ਆਉਣੀ ਆਰੰਭ ਹੋ ਜਾਵੇ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਦੇ ਉੱਤੇ ਗੁਰੂ ਨਦਰੇ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਇਹ ਬਾਣੀ ਸਮਾਉਂਦੀ ਹੈ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਸਤਿਗੁਰੂ ਜੀ ਕਹਿਣ ਲੱਗੇ ਸਦਾ ਹੀ ਉਸ ਸਾਰੰਗ ਪਾਣੀ ਪਰਮਾਤਮਾ ਦਾ ਨਾਮ ਸਿਮਰਨ ਕਰੋ, ਸਦਾ ਉਹਦੇ ਪਿਆਰ ਦੇ ਵਿੱਚ ਭਿੱਜੇ ਰਹੋ, ਤੇ ਨਾਮ ਅੰਮ੍ਰਿਤ ਹਮੇਸ਼ਾ ਇਸ ਬਾਣੀ ਦੇ ਰਾਹੀਂ ਪੀਓ। ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ।
ਜਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਤੇ ਅਖੀਰ ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਨਾਨਕ ਇਹ ਗੱਲ ਆਖਦਾ ਹੈ, ਇਸ ਸੱਚੀ ਬਾਣੀ ਨੂੰ ਸਦਾ ਹੀ ਗਾਓ। ਸਦਾ ਗਾਉਣ ਤੋਂ ਭਾਵ ਹੈ ਵੀ ਇਸ ਦੇ ਹੁਕਮ ਨੂੰ ਸਦਾ ਹੀ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਰੱਖੋ, ਯਾਦ ਰੱਖੋ। ਜਿੱਥੇ ਵੀ ਜਾਓ ਇਹ ਬਾਣੀ ਦਾ ਹੁਕਮ ਜਿਹੜਾ ਹੈ, ਗੁਰੂ ਦਾ ਹੁਕਮ ਜਿਹੜਾ ਹੈ, ਉਹ ਤੁਹਾਡੇ ਜੀਵਨ ਦੀ ਅਗਵਾਈ ਕਰੇ। ਸਤਿਗੁਰੂ ਜੀ ਬਖਸ਼ਿਸ਼ ਕਰਨ। ਗੁਰੂ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਭਨਾਂ ਨੂੰ ਆਵਾਜ਼ ਮਾਰੀ ਹੈ ਤੇ ਇਹ ਗੱਲ ਕਹੀ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਕੱਲੇ ਕੱਲੇ ਸਿੱਖ ਨੂੰ ਸਤਿਗੁਰੂ ਜੀ ਨੇ ਆਵਾਜ਼ ਮਾਰੀ ਹੈ। ਇੱਥੇ ਨਾ ਤਾਂ ਕਿਸੇ ਰਾਗੀ ਦਾ ਨਾਮ ਲਿਆ, ਨਾ ਕਿਸੇ ਢਾਡੀ ਦਾ ਨਾਮ ਲਿਆ, ਨਾ ਕਿਸੇ ਪ੍ਰਚਾਰਕ ਦਾ ਨਾਮ ਲਿਆ ਤੇ ਨਾ ਕਿਸੇ ਗ੍ਰੰਥੀ ਪਾਠੀ ਦਾ ਨਾਮ ਲਿਆ। ਸਤਿਗੁਰੂ ਜੀ ਕੱਲੇ ਕੱਲੇ ਸਿੱਖ ਨੂੰ ਆਵਾਜ਼ ਮਾਰਦੇ ਨੇ ਕਿ ਤੁਸੀਂ ਆਓ ਤੇ ਬਾਣੀ ਨੂੰ ਗਾਓ। ਪਰ ਮੈਂ ਇੱਕ ਬੇਨਤੀ ਅਖੀਰ ਤੇ ਇਹ ਕਰਾਂ, ਸਾਡੀ ਤਰਾਸਦੀ ਹੈ, ਜੇ ਮੈਂ ਇਹ ਆંકੜੇ ਆਪ ਜੀ ਦੇ ਨਾਲ ਸਾਂਝੇ ਕਰਾਂ ਤੇ ਅਜੇ ਖਿਮਾ ਕਰਨਾ, 80% ਸਿੱਖ ਐਸੇ ਨੇ ਜਿਨ੍ਹਾਂ ਨੇ ਅਜੇ ਆਪ ਬਾਣੀ ਨਾ ਪੜ੍ਹੀ ਹੈ, ਨਾ ਬਾਣੀ ਦੇ ਨਾਲ ਸਾਂਝ ਬਣਾਈ ਹੈ। ਉਹਨਾਂ ਨੇ ਮੁੱਲਦਿਆਂ ਪਾਠਾਂ ਤੇ ਆਪਣੀ ਸਾਰੀ ਜ਼ਿੰਦਗੀ ਨਿਗਾਹ ਲਈ। ਸਤਿਗੁਰੂ ਜੀ ਕਹਿਣ ਲੱਗੇ, ਨਹੀਂ, ਆਪ ਬਾਣੀ ਨੂੰ ਪੜ੍ਹੋ, ਆਪ ਵਿਚਾਰੋ, ਆਪ ਇਸ ਅੰਮ੍ਰਿਤ ਨੂੰ ਪੀਵੋ, ਤਾਂ ਕਿ ਤੁਹਾਡਾ ਜੀਵਨ ਵੀ ਜਿਹੜਾ ਹੈ ਉਹ ਗੁਰਬਾਣੀ ਦੀ ਖੁਸ਼ਬੂ ਵਾਲਾ ਬਣ ਜਾਵੇ। ਤੁਹਾਡੇ ਜੀਵਨ ਦੇ ਵਿੱਚੋਂ ਵੀ ਬਾਣੀ ਦੀ ਉਹ ਮਹਿਕ ਜਿਹੜੀ ਹੈ ਉਹ ਝਲਕੇ। ਤੁਹਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।